Hello everyone, welcome back to Suksham Ma'am ki classes, and today we are going to do notice writing MCQs with answers। ਅੱਜ this video ਵਿੱਚ ਮੈਂ ਤੁਹਾਨੂੰ ਕੁਝ ਇਹੋ ਜਿਹੇ MCQs ਕਰਵਾਵਾਂਗੀ ਜੋ ਤੁਹਾਡੇ notice writing ਨਾਲ relate ਕਰਦੇ ਨੇ। In short, ਪਹਿਲੇ ਕੀ ਹੁੰਦਾ ਸੀ, ਤੁਹਾਨੂੰ notice write ਕਰਨਾ ਹੁੰਦਾ ਸੀਗਾ, ਕੋਈ ਤੁਹਾਨੂੰ ਦਿੱਤਾ ਜਾਂਦਾ ਹੈ topic ਕਿ ਇਹਦੇ ਉੱਪਰ ਤੁਸੀਂ notice ਬਣਾ ਕੇ ਲਿਖਣਾ ਹੈ, right? एग्जाम पहले सब्जेक्टिव ਹੁੰਦਾ ਸੀ, ਹੁਣ ਹੋ ਗਿਆ ऑब्जेक्टिव। MCQs ਆने ਨੇ। ਹੁਣ ਨੋਟਿਸ ਰਾਈਟਿੰਗ ਵਿੱਚੋਂ ਕਿੰਜ ਕੁਐਸਚਨਸ ਬਣ ਕੇ ਆ ਸਕਦੇ ਨੇ ਉਹ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੀ ਐਂਡ ਆਨਸਰਸ ਕੀ ਬਣਨਗੇ that also। ਸੋ ਮੇਕ ਸ਼ੋਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਵੇਖੋ ਤਾਂ ਕਿ ਤੁਸੀਂ ਇੱਕ ਵਾਰ ਇਹਨੂੰ ਵੇਖ ਕੇ ਆਪਣਾ 100% ਪ੍ਰਿਪੇਅਰ ਹੋ ਜਾਓ ਨੋਟਿਸ ਰਾਈਟਿੰਗ ਲਈ। ठीक है, now let's start। क्वेश्चन नंबर 1, लैंग्वेज ऑफ नोटिस शुड बी डैश। ਹੁਣ ਜੋ ਤੁਸੀਂ ਨੋਟਿਸ ਲਿਖਦੇ ਹੋ ਉਹਦੇ ਵਿੱਚ ਜੋ ਲੈਂਗੁਏਜ ਯੂਜ਼ ਕਰੋਗੇ ਉਹ ਕਿਹੋ ਜੀ ਹੋਣੀ ਚਾਹੀਦੀ ਹੈ। ਆਪਸ਼ਨ ਏ ਇਨਫॉर्मल, ਆਪਸ਼ਨ ਬੀ ਸਿੰਪਲ ਐਂਡ ਫਾਰਮਲ, ਆਪਸ਼ਨ ਸੀ ट्रिकी, ਆਪਸ਼ਨ डी वेरी इनफॉर्मल। ठीक है, आंसर ਕੀ ਆਏਗਾ? ਆਪਸ਼ਨ बी ਸਿੰਪਲ ਐਂਡ ਫਾਰਮਲ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜੋ ਬੰਦਾ ਇਹਨੂੰ ਰੀਡ ਕਰ ਰਿਹਾ ਹੈ, ਸਾਡਾ ਰੀਡਰ ਜੋ ਹੈ ਸਾਡੇ ਨੋਟਿਸ ਨੂੰ ਸਮਝ ਸਕੇ, ਇਸ ਲਈ ਇਹਨੂੰ ਬਹੁਤ ਅਸੀਂ ਸਿੰਪਲ ਤੇ ਫਾਰਮਲ ਤਰੀਕੇ ਨਾਲ ਲਿਖਾਂਗੇ। ਨੈਕਸਟ, ਦ ਨੋਟਿਸ ਇਜ਼ ਆਲਵੇਜ਼ ਐਨਕਲੋਜ਼ਡ ਇਨ। ਹੁਣ ਜੋ ਤੁਸੀਂ ਨੋਟਿਸ ਲਿਖਦੇ ਹੋ ਉਹਨੂੰ ਹਮੇਸ਼ਾ ਕਿਹਦੇ ਵਿੱਚ ਐਨਕਲੋਜ਼ ਕਰਨਾ ਹੈ? ਆਪਸ਼ਨ ਏ ਬ੍ਰੈਕਟਸ, ਬ੍ਰੈਕਟਸ ਹੋਣੇ ਚਾਹੀਦੇ ਆ ਸਾਈਡਾਂ ਵਿੱਚ, ਬਾਕਸ, ਪੇਪਰ ਕਿ ਨਨ। ਐਂਡ ਆਪਸ਼ਨ ਬੀ ਇਜ਼ योर ਆਂਸਰ ਬਾਕਸ, ਕਿਉਂਕਿ ਹਮੇਸ਼ਾ ਜੋ ਨੋਟਿਸ ਹੁੰਦਾ ਹੈ ਉਹ ਬਾਕਸ ਦੇ ਵਿੱਚ ਬਣਾਇਆ ਜਾਂਦਾ ਹੈ। ਥਰਡ, which of the following is not a part of the notice issued for found object। ਹੁਣ ਤੁਹਾਨੂੰ ਕੋਈ ਆਬਜੈਕਟ ਮਿਲਿਆ ਹੈ, ਤੁਸੀਂ ਨੋਟਿਸ ਇਸ਼ੂ ਕੀਤਾ ਹੈ, इन चारों ऑप्शन ਵਿੱਚੋਂ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਉਸ ਨੋਟਿਸ ਵਿੱਚ ਮੈਂਸ਼ਨ ਨਹੀਂ ਕਰੋਗੇ? You will not make it a part of that notice। option A, place of the object found, ਜਗ੍ਹਾ ਜਿੱਥੇ ਤੁਹਾਨੂੰ ਆਬਜੈਕਟ ਮਿਲਿਆ। B, name of the object found, ਤੁਹਾਨੂੰ ਕਿਹੜੀ ਚੀਜ਼ ਮਿਲੀ ਉਹਦਾ ਨਾਂ। option C, contact ਪਰਸਨਸ ਡਿਟੇਲਸ, ਕਿ ਤੁਸੀਂ ਆਪਣੀ ਡਿਟੇਲਸ ਫॉर एग्जांपल ਲਿਖੋਗੇ ਕਿਉਂਕਿ ਤੁਹਾਨੂੰ ਕੋਈ ਚੀਜ਼ ਮਿਲੀ ਹੈ, ਜੋ ਓਨਰ ਹੋਏਗਾ ਉਹ ਤੁਹਾਨੂੰ ਕੰਟੈਕਟ ਤੇ ਕਰੇਗਾ ਨਾ, ਉਹਦੀ ਇਨਫੋਰਮੇਸ਼ਨ ਤੁਸੀਂ ਨਹੀਂ ਲਿਖੋਗੇ। ਡੀ, ਆਇਡੈਂਟੀਫਿਕੇਸ਼ਨ ਮਾਰਕ ਆਫ ਦੀ ਆਬਜੈਕਟ ਫਾਊਂਡ। ਹੁਣ ਜੋ ਤੁਹਾਨੂੰ ਆਬਜੈਕਟ ਮਿਲਿਆ ਹੈ ਉਹਦੇ ਉੱਪਰ ਕੋਈ ਇਹੋ ਜਿਹਾ ਆਇਡੈਂਟੀਫਿਕੇਸ਼ਨ ਮਾਰਕ ਹੈ ਉਹਨੂੰ ਤੁਸੀਂ ਮੈਂਸ਼ਨ ਨਹੀਂ ਕਰੋਗੇ। ਇਹ ਚਾਰ ਆਪਸ਼ਨਸ ਨੇ। ਹੁਣ ਆਨਸਰ ਹੈ ਆਪਸ਼ਨ ਡੀ, ਆਇਡੈਂਟੀਫਿਕੇਸ਼ਨ ਮਾਰਕ ਆਫ ਦੀ ਆਬਜੈਕਟ ਫਾਊਂਡ। ਬਿਕੋਜ਼ ਹੁਣ ਕੀ ਹੁੰਦਾ ਹੈ, ਤੁਸੀਂ ਤੁਹਾਨੂੰ ਇੱਕ ਚੀਜ਼ ਲੱਭੀ ਹੈ, ਰਾਈਟ? ਤੁਸੀਂ ਉਹਨੂੰ ਇਸ਼ੂ ਨੋਟਿਸ ਇਸ਼ੂ ਕੀਤਾ ਕਿ ਮੈਨੂੰ ਇਹ ਚੀਜ਼ ਲੱਭੀ ਹੈ, ਇੱਥੇ ਮਿਲੀ ਹੈ, ਇਹ ਉਹਦਾ ਨਾਂ ਹੈ ਤੇ ਇਹ ਮੇਰਾ ਕੰਟੈਕਟ ਡਿਟੇਲ ਹੈ। ਹੁਣ ਜਦੋਂ ਕੋਈ ਬੰਦਾ ਕਲੇਮ ਕਰਨ ਆਏਗਾ ਤੁਸੀਂ ਉਹਨੂੰ ਪੁੱਛ ਸਕਦੇ ਹੋ ਕਿ ਕੋਈ ਨਿਸ਼ਾਨੀ ਹੈ ਕਿ ਤੇਰੇ ਉਸ ਆਬਜੈਕਟ ਚ ਜਿਸ ਨਾਲ ਮੈਨੂੰ ਪ੍ਰੂਫ ਹੋ ਜਾਏਗੀ ਉਹ ਚੀਜ਼ ਤੇਰੀ ਹੈ। ਜੇ ਤੁਸੀਂ ਖੁਦ ਦੀ ਆਇਡੈਂਟੀਫਿਕੇਸ਼ਨ ਮਾਰਕ ਲਿਖ ਦੋਗੇ ਤੇ ਕਿਵੇਂ ਤੁਸੀਂ ਰੀਅਲ ਓਨਰ ਨੂੰ ਪਛਾਣ ਪਾਓਗੇ, ਉਸ ਚੀਜ਼ ਨੂੰ ਰੀਅਲ ਓਨਰ ਤੱਕ ਕਿਵੇਂ ਪਹੁੰਚਾ ਪਾਓਗੇ? ਸੋ ਆਪਸ਼ਨ ਡੀ, ਆਇਡੈਂਟੀਫਿਕੇਸ਼ਨ ਮਾਰਕ ਆਫ ਦੀ ਆਬਜੈਕਟ ਫਾਊਂਡ ਤੁਸੀਂ ਨਹੀਂ ਮੈਂਸ਼ਨ ਕਰੋਗੇ। नेक्स्ट, फोर्थ, वेयर इज द डेजिग्नेशन ऑफ द इशूइंग अथॉरिटी रिटन। ਹੁਣ ਜਿਸ ਅਥਾਰਟੀ ਨੇ ਨੋਟਿਸ ਇਸ਼ੂ ਕੀਤਾ ਹੈ ਉਹਦੀ ਡੈਜ਼ਿਗਨੇਸ਼ਨ ਕੀ ਹੈ, ਉਸ ਪਰਸਨ ਦੀ ਡੈਜ਼ਿਗਨੇਸ਼ਨ ਕੀ ਹੈ, ਉਹਦਾ ਰੋਲ ਕੀ ਹੈ, ਉਸ ਵਿੱਚ ਕਿੱਥੇ ਲਿਖੋਗੇ? ਆਪਸ਼ਨ ਏ, ਜਸਟ ਬਿਲੋ ਸਿਗਨੇਚਰ, ਜਿੱਥੇ ਤੁਸੀਂ ਸਾਈਨ ਕਰੋਗੇ ਉਹਦੇ ਥੱਲੇ ਲਿਖੋਗੇ। ਡੀ, ਜਸਟ ਬਿਲੋ ਸਿਗਨੇਚਰ ਆਫ ਦ ਇਸ਼ੂਇੰਗ ਅਥਾਰਟੀ, ਹੁਣ ਜਿਹਨੇ ਇਸ਼ੂ ਕੀਤਾ ਹੈ ਉਸ ਅਥਾਰਟੀ ਦੇ ਸਿਗਨੇਚਰ ਦੇ ਥੱਲੇ ਉਹ अपनी डेजिग्नेशन लिखोगे। ऑप्शन सी, ऑन द टॉप राइट हैंड साइड कॉर्नर, टॉप च राइट हैंड साइड ਕਿਹੜਾ ਹੁੰਦਾ ਹੈ? ਤੁਹਾਡਾ ਹੱਥ ਰਾਈਟ ਕਿਹੜਾ ਜਿੰਨਾ ਤੁਸੀਂ ਲਿਖਦੇ ਹੋ, that's right hand। so right hand side corner ਦੇ ਉੱਪਰ। option D, none। and option B is your answer, just below signature of the issuing authority। next, what is the word limit of notice? ਇੱਕ ਨੋਟਿਸ ਨੂੰ ਲਿਖਣ ਲਈ ਲਿਮਿਟਡ ਵਰਡਸ ਕਿੰਨੇ ਹੋਣੇ ਚਾਹੀਦੇ ਨੇ? option C, 50 words ਦਾ ਹੀ ਨੋਟਿਸ ਲਿਖਿਆ ਜਾਂਦਾ ਹੈ, that's a word limit for that। next is, the dash of the notice should be very clear। ਹੁਣ ਉਹ ਕਿਹੜੀ ਚੀਜ਼ ਹੈ ਨੋਟਿਸ ਦੀ ਜੋ ਬਹੁਤ ਕਲੀਅਰ ਹੋਣਾ ਚਾਹੀਦਾ ਹੈ? option A, purpose, ਕਿ ਉਹ ਕਿਸ ਚੀਜ਼ ਲਈ ਲਿਖਿਆ ਗਿਆ ਹੈ। option B, date, ਕਿਸ ਤਾਰੀਖ ਨੂੰ ਲਿਖਿਆ ਗਿਆ ਹੈ। option C, place, ਕਿੱਥੇ ਲਿਖਿਆ ਗਿਆ ਹੈ। option D, none। and option A is your answer, purpose, ਕਿ ਨੋਟਿਸ ਦਾ ਮੇਨ ਪਰਪਸ ਕੀ ਹੈ ਲਿਖਣ ਦੇ ਪਿੱਛੇ, ਤੁਹਾਨੂੰ ਰਾਈਟਰ ਕੀ ਦੱਸਣਾ ਚਾਹ ਰਿਹਾ ਹੈ ਜਾਂ ਕਿਹੜਾ ਨੋਟਿਸ ਤੁਹਾਨੂੰ ਉਹ ਦੇਣਾ ਚਾਹ ਰਿਹਾ ਹੈ, ਉਹ ਕਿਹੜੀ ਚੀਜ਼ ਹੈ ਜੋ ਤੁਹਾਡੇ ਨੋਟਿਸ ਵਿੱਚ ਉਹ ਲਿਆਣਾ ਚਾਹ ਰਿਹਾ ਹੈ।
Next is a notice must contain dash information. ਹੁਣ ਜੋ ਤੁਸੀਂ ਨੋਟਿਸ ਲਿਖ ਰਹੇ ਹੋ ਉਹਦੇ ਵਿੱਚ ਕਿਹੜੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ? ਆਪਸ਼ਨ A ਮੀਟਿੰਗ, ਆਪਸ਼ਨ B ਇਨਫॉर्मल, ਆਪਸ਼ਨ C फैक्चुअल, ਆਪਸ਼ਨ C नॉन रेलेवेंट। ਆਪਸ਼ਨ C इज योर आंसर फैक्चुअल, क्योंकि ਤੁਸੀਂ ਜੋ फैक्ट्स ने ਉਹੀ ਦੱਸਣੇ ਨੇ, ठीक है। 8th is information about the reward is mentioned in। ਹੁਣ ਕਿਹੋ ਜਿਹਾ ਨੋਟਿਸ ਹੁੰਦਾ ਹੈ ਜਿਹਦੇ ਵਿੱਚ ਤੁਸੀਂ ਰਿਵਾਰਡ ਦਾ ਜ਼ਿਕਰ ਕਰਦੇ ਹੋ ਕਿ ਹਾਂ ਮੈਂ ਤੁਹਾਨੂੰ ਇੰਨਾ ਪ੍ਰਾਈਜ਼ ਦਵਾਂਗਾ। ਨੋਟਿਸ ਫॉर ਸਪੋਰਟਸ ਟ੍ਰਾਇਲ, ਕਿ ਸਪੋਰਟਸ ਦਾ ਟ੍ਰਾਇਲ ਹੈ ਉਸ ਨੋਟਿਸ 'ਚ ਤੁਸੀਂ ਰਿਵਾਰਡ ਮੈਂਸ਼ਨ ਕਰੋਗੇ। ਨੋਟਿਸ ਫॉर ਮੀਟਿੰਗ, ਤੁਸੀਂ ਇੱਕ ਮੀਟਿੰਗ ਅਰੇਂਜ ਕਰ ਰਹੇ ਹੋ ਉਹਦੇ ਵਿੱਚ ਰਿਵਾਰਡ ਮੈਂਸ਼ਨ ਕਰੋਗੇ। ਨੋਟਿਸ ਫॉर ਦੀ ਆਬਜੈਕਟ ਫਾਊਂਡ, ਲੌਸਟ ਸੌਰੀ, ਕੋਈ ਚੀਜ਼ ਗਵਾਚ ਗਈ ਹੈ ਉਹਦੇ ਲਈ ਤੁਸੀਂ ਮਤਲਬ ਕਿ ਰਿਵਾਰਡ ਦੋਗੇ। ਨੋਟਿਸ ਫॉर द ऑब्जेक्ट फाउंड, ਤੁਹਾਨੂੰ ਜੇ ਕੋਈ ਚੀਜ਼ ਲੱਭੀ ਹੈ ਤਾਂ ਤੁਸੀਂ ਨੋਟਿਸ ਦੋਗੇ। ਆਪਸ਼ਨ C ਇਜ਼ योर ਆਂਸਰ, ਇਹ ਦੇਖੋ C ਇਜ਼ योर ਆਂਸਰ ਨੋਟਿਸ ਫॉर द ऑब्जेक्ट लॉस्ट। ਹੁਣ ਤੁਹਾਡੀ ਕੋਈ ਚੀਜ਼ ਗਵਾਚ ਗਈ ਹੈ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਬੰਦਾ ਉਹ ਲੱਭ ਕੇ ਦੇਵੇ ਤੇ ਜੋ ਲੱਭ ਕੇ ਦੇਵੇਗਾ ਉਹਨੂੰ ਤੁਸੀਂ ਪ੍ਰਾਈਜ਼ ਦੋਗੇ, ਰਿਵਾਰਡ ਦੋਗੇ। ਬਟ ਆਬਵੀਅਸਲੀ ਗੱਲ ਹੈ ਨਾ, ਫॉर एग्जांपल ਤੁਸੀਂ ਕਾਫੀ ਜਗ੍ਹਾ ਤੇ ਵੇਖਿਆ ਹੋਏਗਾ ਕਿਸੇ ਦਾ ਡੌਗ ਗਵਾਚ ਜਾਂਦਾ ਹੈ, ਪੈਟ ਐਨੀਮਲ ਗਵਾਚ ਜਾਂਦਾ ਹੈ, ਉਹ ਪੋਸਟਰਸ ਨੋਟਿਸ ਛਪਵਾਉਂਦੇ ਨੇ, ਪੋਸਟਰਸ ਲਗਵਾ ਦਿੰਦੇ ਨੇ ਕਿ ਇਹ ਮੇਰਾ ਡੌਗ ਹੈ, ਲੱਭਣ ਵਾਲੇ ਨੂੰ ਇਨਾ ਇਨਾਮ। ਸੋ ਕਿੱਥੇ ਲਿਖਿਆ ਜਾਂਦਾ ਹੈ? ਜਦੋਂ ਕੋਈ ਚੀਜ਼ ਗਵਾਚਦੀ ਹੈ ਤੁਸੀਂ ਚਾਹੁੰਦੇ ਹੋ ਕਿ ਅਗਲਾ ਬੰਦਾ ਤੁਹਾਨੂੰ ਉਹ ਲੱਭ ਕੇ ਦਵੇ। ਆਪਸ਼ਨ ਸੀ ਨੋਟਿਸ ਫॉर द ऑब्जेक्ट लॉस्ट। which of the following is optional in notice। ਹੁਣ ਇੱਕ ਨੋਟਿਸ ਲਿਖਣ ਦੇ ਵਿੱਚ ਇਨ ਚਾਰਾਂ ਵਿੱਚੋਂ ਕਿਹੜੀ ਚੀਜ਼ ਆਪਸ਼ਨਲ ਹੈ? ਨਾ ਵੀ ਲਿਖੋ ਤੇ ਚਲੇਗਾ। ਆਪਸ਼ਨ A ਹੈਡਿੰਗ ਆਫ ਦੀ ਨੋਟਿਸ, ਨੋਟਿਸ ਦੀ ਹੈਡਿੰਗ ਕਿਤੇ ਬਾਰੇ ਨੋਟਿਸ ਹੈ। ਆਪਸ਼ਨ B ਦ ਵਰਡ ਨੋਟਿਸ, ਕਿ ਨੋਟਿਸ ਵਰਡ ਰਹਿਣ ਦੋ तो भी चलेगा। ਆਪਸ਼ਨ C ਡੈਜ਼ਿਗਨੇਸ਼ਨ ਆਫ ਦੀ ਇਸ਼ੂਇੰਗ ਅਥਾਰਟੀ, ਜਿਹਨੇ ਨੋਟਿਸ ਇਸ਼ੂ ਕੀਤਾ ਹੈ ਉਸ ਅਥਾਰਟੀ ਦੀ ਡੈਜ਼ਿਗਨੇਸ਼ਨ। ਆਪਸ਼ਨ D none। and option C is your answer because designation नहीं भी mention करोगे तो चलेगा because you have already signed it, ठीक है। next is notice is generally issued for। ਹੁਣ notice जो ਹੁੰਦਾ है ਉਹ ਕਿਹਦੇ ਲਈ issue ਕੀਤਾ ਜਾਂਦਾ ਹੈ? specific students, specific teacher, parents, a specific group। and option D is your answer a specific group, क्योंकि ਤੁਸੀਂ ਇੱਕ specific group ਦੀ ਹੀ attention ਆਪਣੇ ਵੱਲ ਖਿੱਚਣਾ ਚਾਹੋਗੇ। 11th the content of the notice includes dash। ਹੁਣ ਇਨ ਚਾਰਾਂ ਵਿੱਚੋਂ ਉਹ ਕੀ ਚੀਜ਼ ਹੈ ਜੋ ਕੰਟੈਂਟ ਵਿੱਚ ਇਨਕਲੂਡ ਕੀਤਾ ਜਾਂਦਾ ਹੈ ਨੋਟਿਸ 'ਚ? A what is about to happen, ਜੇ ਮੀਟਿੰਗ ਦਾ ਹੈ ਤੇ ਕੀ ਹੋਣ ਵਾਲਾ ਹੈ। B when it will happen, ਉਹ ਕਦੋਂ ਹੋਏਗਾ। C where it will happen, ਕਿੱਥੇ ਹੋਏਗਾ। all of these three, ਕਿ ਇਹ ਤਿੰਨੋਂ ਚੀਜ਼ਾਂ। option D is your answer all of these three, because what is about to happen, when it is happen, when it will happen sorry, and where it will happen, ਇਹ ਚਾਰੋਂ ਤਿੰਨੋਂ ਚੀਜ਼ਾਂ ਨੋਟਿਸ 'ਚ include ਕਰਨੀਆਂ ਪੈਂਦੀਆਂ ਹੈ ਤਦੀ ਤਾਂ ਬੰਦੇ ਨੂੰ ਪਤਾ ਚੱਲੇਗਾ। now next is 12th the entire content of the notice should be placed within a box। box ਦੇ ਵਿੱਚ ਸਾਰਾ content ਹੋਣਾ ਚਾਹੀਦਾ ਹੈ। option A true। next is the idea of writing a notice is to draw attention to some event that would take place। ਹੁਣ ਨੋਟਿਸ ਲਿਖਣ ਦੇ ਪਿੱਛੇ ਜੋ ਰੀਜ਼ਨ ਹੁੰਦਾ ਹੈ ਉਹ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਸ ਪਾਰਟਿਕੂਲਰ ਇਵੈਂਟ ਦੇ ਉੱਪਰ ਲੋਕਾਂ ਦੀ ਅਟੈਂਸ਼ਨ ਜਾਵੇ। ਆਪਸ਼ਨ A true। 14th which of these is the most notable way to start the body of a notice। ਹੁਣ ਜੇ ਤੁਸੀਂ ਮੇਨ ਜੋ ਬੋਡੀ ਨੋਟਿਸ ਦੀ ਲਿਖਦੇ ਹੋ ਉਹਦੀ ਸਟਾਰਟਅਪ ਕਿਹਦੇ ਨਾਲ ਹੋਣਾ ਚਾਹੀਦਾ ਹੈ? which is the suitable way। option A through the column of। option B this is to inform you। option C this is to warn। option D this is to threaten। and option C A B is your answer this is to inform, कि ਇਹ ਤੁਹਾਨੂੰ inform ਕਰਨ ਲਈ, ਠੀਕ ਹੈ। next is 15th dash have special places for fixing the notice boards from where everyone can read। ਹੁਣ ਇਨ ਚਾਰਾਂ ਆਪਸ਼ਨ ਵਿੱਚੋਂ ਉਹ ਕਿਹੜੀ ਜਗ੍ਹਾ ਹੈ ਜਿੱਥੇ ਨੋਟਿਸ ਬੋਰਡ ਲੱਗੇ ਹੁੰਦੇ ਨੇ ਤਾਂ ਕਿ ਸਾਰੇ ਉੱਥੇ ਨੋਟਿਸ ਰੀਡ ਕਰ ਸਕਣ। option A residential colonies। option B offices। option C educational institutions। option D all of the above। and option D is your answer all of the above। 16th dash is the right format of writing the date। ਹੁਣ ਇਨ ਚਾਰਾਂ ਵਿੱਚੋਂ ਜੋ ਤੁਸੀਂ ਨੋਟਿਸ ਵਿੱਚ ਡੇਟ ਲਿਖਣੀ ਹੈ ਤੁਸੀਂ ਕਿਹੜੇ ਫਾਰਮੈਟ 'ਚ ਲਿਖਣੀ ਹੈ? option D is your answer ਪਹਿਲੇ date, ਫਿਰ month and ਫਿਰ year। date numeric ਹੋएगी, month पूरा proper full आएगा, फिर year आएगा with the comma between, ठीक है। now next is 17th
The notice answers questions like what, when and where, true or false। ਤਾਂ ਜੋ notice ਹੁੰਦਾ ਹੈ ਉਹਦੇ ਵਿੱਚ ਕਿਹਦੇ answers ਮਿਲਦੇ ਨੇ what, when, where, ਕੀ ਹੋ ਰਿਹਾ, ਕਦੋਂ ਹੋ ਰਿਹਾ, ਕਿੱਥੇ ਹੋ ਰਿਹਾ ਹੈ। option A true ਇਹੀ ਹੁੰਦਾ ਹੈ। next is signature should be placed at the end। ਹੁਣ ਜੋ notice ਲਿਖ ਰਿਹਾ ਹੈ ਉਹ ਜੋ sign ਕਰੇਗਾ ਉਹ ਸਭ ਤੋਂ end 'ਚ ਕਰੇਗਾ। option A true। what is written on the top of the notice। ਹੁਣ notice ਦੇ top ਵਿੱਚ ਕੀ ਲਿਖਿਆ ਜਾਂਦਾ ਹੈ। A date ਤਾਰੀਖ, B name of the institution, C subject, D notice and option B name of the institution लिखा जाता है top of a notice ते। next is the heading of a subject should be dash। ਹੁਣ जो subject है ताता ਉਹਦੀ heading ਕਿਹੋ जी होनी चाहिए है। option A long keyword लंबी जी, option B avoided कि इन्नू importance देने ਦੀ ਲੋੜ नहीं है, C not to be mentioned कि mention ਕਰਨ ਦੀ भी ਲੋੜ नहीं है, D brief and catchy छोटी ते catchy attract ਕਰਦੀ ਹੋਏ ਲੋਕਾਂ ਨੂੰ। option D is your answer कि छोटी होनी चाहिए है ते catchy होनी चाहिए है, लोਕਾਂ ਦੀ attention ਉਹ catch कर रही होवे। and with this our today's MCQs are solved। I hope ਤੁਹਾਨੂੰ ਸਾਰੇ MCQs ਦੀ explanation ਸਮਝ ਲੱਗ ਗਈ ਹੋਏਗੀ। make sure ਕਿ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰੋ। ਜੇ ਕਰ ਲੋਗੇ ਤੁਹਾਡੇ ਰਾਈਟਿੰਗ ਸੈਕਸ਼ਨ ਦੇ MCQs ਦੇ ਮਾਰਕਸ ਪੱਕੇ ਹੋ ਜਾਣਗੇ।